बीते दिनी अमृतसर सचखंड श्री दरबार साहिब श्री अकाल तख्त साहिब ਦੇ ਬਾਹਰ ਬਣ ਰਹੇ ਜੋੜਾ ਘਰ ਦੀ ਖੁਦਾਈ ਦੌਰਾਨ ਜ਼ਮੀਨ 'ਚੋਂ ਨਿਕਲੀਆਂ ਇਮਾਰਤਾਂ ਬਾਰੇ ਕਾਫੀ ਵਾਦ-ਵਿਵਾਦ ਪੱਕਦਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਐਸਜੀਪੀਸੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦਾ ਬਿਆਨ ਵੀ ਹੁਣ ਸਾਹਮਣੇ ਆਇਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਪੁਰਾਣੀਆਂ ਬਿਲਡਿੰਗ ਅਕਸਰ ਹੀ ਖੁਦਾਈ ਦੌਰਾਨ ਨਿਕਲਦੀਆਂ ਹੀ ਰਹਿੰਦੀਆਂ ਨੇ। ਜਦੋਂ ਉਹਨਾਂ ਨੂੰ ਜ਼ਮੀਨ 'ਚੋਂ ਬਿਲਡਿੰਗ ਮਿਲੀ ਤਾਂ ਉਸ ਵੇਲੇ ਹੀ ਉੱਥੇ ਕਾਰ ਸੇਵਾ ਵਾਲਿਆਂ ਵੱਲੋਂ ਕੰਮ ਬੰਦ ਕਰ ਦਿੱਤਾ ਗਿਆ ਅਤੇ ਦੂਜੀ ਜਗ੍ਹਾ ਤੇ ਕੰਮ ਸ਼ੁਰੂ ਕਰਕੇ ਉਸ ਬਿਲਡਿੰਗ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਅਤੇ ਇਸ ਇਮਾਰਤ ਦੀ ਪੜਤਾਲ ਲਈ ਟੀਮ ਵੀ ਬੁਲਾਈ ਗਈ ਹੈ ਅਤੇ ਪੁਰਾਣੇ ਇਤਿਹਾਸਿਕ ਕਾਰ ਅਤੇ ਰਿਸਰਚ ਟੀਮਾਂ ਨੂੰ ਵੀ ਬੁਲਾਇਆ ਜਾ ਰਿਹਾ ਹੈ। ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋर्ट ਲਾਈਵ ਭਾਰਤ। श्री गुरु रामदास सारा ਕੰਪਲੈਕਸ ਜਿਹੜਾ ਹੈ ਵੱਡਾ ਸ਼ਹਿਰ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਔਰ ਇਹ ਜਿਉਂ-ਜਿਉਂ ਵਾਸਟ ਹੋਏਗਾ ਤਿਉਂ ਤੋਂ ਜਦੋਂ ਕਈ ਵਾਰੀ ਕੋਈ ਖੋਦਦੇ ਆ ਚੀਜ਼ ਤੇ ਥੱਲੇੋਂ ਕੋਈ ਬਿਲਡਿੰਗਸ ਨਿਕਲਦੀਆਂ। ਇਹ ਪੁਰਾਣੀਆਂ ਬਿਲਡਿੰਗਸ ਜਿਹੜੀਆਂ ਜਦੋਂ ਸੜਕਾਂ ਬਣੀਆਂ ਉਹਦੇ ਥੱਲੇ ਆ ਗਈਆਂ, ਜਦੋਂ ਕੋਈ ਵਿਹੜੇ ਬਣੇ ਉਹਦੇ ਥੱਲੇ ਆ ਗਈਆਂ। ਉਹ ਜਦੋਂ ਖੋਦ ਰਹੇ ਸਾਂ ਤੇ ਇੱਕ ਬਿਲਡਿੰਗ ਥੱਲੇ ਨਿਕਲੀ ਹੈ, ਪਰ ਉਹ ਬਿਲਡਿੰਗ ਦੇਖਦਿਆਂ ਸਾਰੀ ਅਸੀਂ ਉੱਥੋਂ ਕੰਮ ਬੰਦ ਕਰਕੇ ਦੂਜੇ ਪਾਸੇ ਕੰਮ ਸ਼ੁਰੂ ਰੱਖਿਆ ਤੇ ਨਾਲ ਹੀ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਕਿਹਾ ਕਿ ਜਿਹੜਾ ਆਰਕੋਲੋਜੀ ਡਿਪਾਰਟਮੈਂਟ ਹੈ ਉੱਥੋਂ ਕੋਈ ਆਰਕਾਈਵਸ ਐਕਸਪਰਟ ਜਿਹੜੇ ਬੁਲਾਏ ਜਾਣ ਔਰ ਇਸ ਬਿਲਡਿੰਗ ਦੀ ਪੂਰੀ ਪੜਤਾਲ ਕੀਤੀ ਜਾਵੇ ਕਿ ਇਹ ਬਿਲਡਿੰਗ ਕੀ ਹੈ, ਕੀ ਇਹ ਕਿਸੇ ਦਾ ਘਰ ਸੀ, ਕੋਈ ਇਹ ਲਾਂਘਾ ਹੈ ਜਾਂ ਕੀ ਬਣਿਆ ਹੋਇਆ। ਕਿਉਂਕਿ ਪੁਰਾਣੇ ਸਮੇਂ 'ਚ ਜਿਹੜੇ ਡਾਟਾ ਲੱਗ ਕੇ ਸਾਰੇ ਦਰਵਾਜ਼ੇ ਬਣਦੇ ਸੀ ਉਸੇ ਤਰ੍ਹਾਂ ਦੀ ਸ਼ੇਪ ਦੀ ਉਹ ਬਿਲਡਿੰਗ ਬਣੀ ਹੋਈ ਹੈ। ਹੁਣ ਕਿਉਂਕਿ ਅਸੀਂ ਵੀ ਐਕਸਪਰਟਸ ਜਿਹੜੇ ਮੰਗਾਏ ਆ, ਹਿਸਟੋਰੀਅਨ ਵੀ ਮੰਗਾਏ ਲਏ ਆ ਔਰ ਜਿਨ੍ਹਾਂ ਨੇ ਰਿਸਰਚ ਕੀਤੀ ਹੋਈ ਹੈ ਸ੍ਰੀ ਹਰਿਮੰਦਰ ਸਾਹਿਬ ਦੇ ਉੱਤੇ, ਸ੍ਰੀ ਦਰਬਾਰ ਸਾਹਿਬ ਦੇ ਉੱਤੇ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਉੱਤੇ, ਉਹ ਸਾਰੇ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚੋਂ ਜਿੱਦਾਂ ਡਾਕਟਰ ਰਾਵਲ ਜੀ ਦੂਸਰੇ ਜਿਨ੍ਹਾਂ ਨੇ ਇੱਥੋਂ ਸਾਰੀ ਰਿਸਰਚ ਕੀਤੀ ਹੈ ਉਹਨਾਂ ਨੂੰ ਵੀ ਬੁਲਾ ਲਿਆ ਕਿ ਤੁਸੀਂ ਇਹਦਾ ਸਾਰੀ ਪੜਤਾਲ ਕਰੋ ਕਿ ਇਹ ਬਿਲਡਿੰਗ ਆਇਆ ਕੋਈ ਗੁਰੂ ਰਾਮਦਾਸ ਦੇ ਇਸ ਪਵਿੱਤਰ ਅਦਾਰੇ ਨਾਲ ਸੰਬੰਧਿਤ ਹੈ ਕਿ ਇਹ ਸਧਾਰਨ ਕੋਈ ਘਰ ਬਣੇ ਹੋਏ ਹੈ ਜਾਂ ਕੋਈ ਪਹਿਲੀ ਪੁਰਾਣੀ ਬਿਲਡਿੰਗ ਬਣੀ ਹੋਈ ਹੈ। ਜੇ ਕੋਈ ਐਸੀ ਸਾਡੀ ਕੋਈ ਹਿਸਟੋਰੀਅਨ ਗੱਲ ਕਰਦੇ ਹੈ ਅਸੀਂ ਇਹਨੂੰ ਪੂਰੀ ਪ੍ਰੀਜ਼ਰਵ ਕਰਾਂਗੇ, ਪੂਰੇ ਮੇਨਟੇਨ ਕਰਾਂਗੇ ਔਰ ਫਿਰ ਉਸੇ ਤਰ੍ਹਾਂ ਵਰਤੋਂ ਵਿੱਚ ਲਿਆਵਾਂਗੇ। ਕਿਉਂਕਿ ਭਾਵੇਂ ਅਸੀਂ ਕਿਸੇ ਇਮਾਰਤਾਂ ਨਾਲ ਨਹੀਂ ਜੁੜੇ ਪਰ ਫਿਰ ਵੀ ਪੁਰਾਤਨ ਯਾਦਾਂ ਜੇ ਸਾਡੀਆਂ ਕੋਈ ਹੋਣਗੀਆਂ ਉਹਨਾਂ ਨੂੰ ਸਾਂਭ ਲੈਣਾ ਸਾਡਾ ਫਰਜ਼ ਬਣਦਾ। ਇਸ ਕਰਕੇ ਅਸੀਂ ਇਮੀਡੀਏਟ ਉੱਥੋਂ ਕੰਮ ਬੰਦ ਕਰਕੇ ਨਾਲ ਹੀ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਪੂਰੇ ਪ੍ਰਸ਼ਾਸਨ ਨੂੰ ਕਿਹਾ ਔਰ ਚੰਡੀਗੜ੍ਹ ਉਹਨਾਂ ਨੇ ਮੈਸੇਜ ਦਿੱਤਾ ਹੋਇਆ ਉਹ ਡਿਪਾਰਟਮੈਂਟ ਦੇ ਆਣਗੇ, ਉਹ ਪੁਰਾਤਨਤਾ ਦੀ ਦੇਖਣਗੇ ਵੀ ਹੈ ਕੀ ਹੈ, ਕਿਹੜੀ ਬਿਲਡਿੰਗ ਹੈ, ਆਇਆ ਇਹ ਸਾਡੇ ਨਾਲ ਇਸ ਅਦਾਰੇ ਨਾਲ ਸੰਬੰਧਿਤ ਹੈ ਕਿ ਬਾਹਰਲੀ ਕੋਈ ਬਿਲਡਿੰਗ ਹੈ, ਉਹ ਸਾਰਾ ਕੁਝ ਦੇਖ ਕੇ ਉਹਦੀ ਪੜਤਾਲ ਕੀਤੀ ਜਾਏਗੀ। ਚਲੋ ਉਹਨਾਂ ਦੀ ਆਦਤ ਹੁੰਦੀ ਜੀ। ਦੇਖੋ ਮੇਰੀ ਬੇਨਤੀ ਹੈ ਜੀ, ਕੁਝ ਲੋਕਾਂ ਦੀ ਆਦਤ ਹੁੰਦੀ ਹੈ ਕਿਉਂਕਿ ਗਲਿਆਰਾ ਜਦੋਂ ਬਣਿਆ ਉਦੋਂ ਮਿੱਟੀ ਵੀ ਪਈ, ਬਿਲਡਿੰਗਾਂ ਵੀ ਥੱਲੇ ਆਈਆਂ। ਕੁਝ ਲੋਕਾਂ ਦੀ ਆਦਤ ਹੁੰਦੀ ਹੈ ਬਿਨਾਂ ਮਤਲਬ ਤੋਂ ਆ ਕੇ ਆਪਣਾ ਉੱਥੇ ਆ ਕੇ ਸ਼ਰਾਰਤਾਂ ਕਰਨੀਆਂ ਨਹੀਂ ਕਰਨੀਆਂ ਚਾਹੀਦੀਆਂ, ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਅਸੀਂ ਵੀ ਉਸ ਥਾਂ ਦੇ ਕਸਟੋਡੀਅਨ ਹਾਂ। ਇਹ ਗੁਰੂ ਰਾਮਦਾਸ ਦਾ ਘਰ ਹੈ, ਇਹ ਕਿਸੇ ਦੀ ਇਹ ਕੋਈ ਸ਼ਾਮਲਟ ਨਹੀਂ ਕਿ ਜਿਹੜਾ ਮਰਜ਼ੀ ਜੋ ਇੱਥੇ ਆ ਕੇ ਬੋਲੀ ਜਾਵੇ, ਜੋ ਮਰਜ਼ੀ ਕਰੀ ਜਾਵੇ। ਅਸੀਂ ਉਹਦੇ ਕਸਟੋਡੀਅਨ ਹੈ। ਕਸਟੋਡੀਅਨ ਮੀਨਸ ਅਸੀਂ ਉਹਦੇ ਸੇਵਾਦਾਰ ਹਾਂ, ਅਸੀਂ ਸੇਵਾ ਸੰਭਾਲ ਵਿੱਚ ਲੱਗੇ ਹੋਏ ਹਾਂ। ਜੇ ਉੱਥੇ ਕੋਈ ਕਿਸੇ ਕਿਸਮ ਦੀ ਕੋਈ ਲੋੜ ਹੈ ਅਸੀਂ 24 ਘੰਟੇ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਹਾਜ਼ਰ ਹਾਂ, ਅਸੀਂ ਉਹਨੂੰ ਕਰਾਂਗੇ। ਬਾਕੀ ਮੇਰੀ ਬੇਨਤੀ ਹੈ ਕਿ ਹਰ ਥਾਂ ਦੇ ਉੱਤੇ ਆ ਕੇ ਕੋਈ ਸ਼ਰਾਰਤਾਂ ਨਹੀਂ ਕਰਨੀਆਂ ਚਾਹੀਦੀਆਂ। ਹਰ ਥਾਂ ਦੇ ਉੱਤੇ ਆ ਕੇ ਜਦੋਂ ਕੰਮ ਹੋ ਰਿਹਾ ਹੈ, ਜਦੋਂ ਅਸੀਂ ਆਪ ਪੜਤਾਲ ਕਰ ਰਹੇ ਹਾਂ ਤੇ ਉਹਨਾਂ ਨੂੰ ਕੀ ਲੋੜ ਹੁੰਦੀ ਕਿ ਆ ਕੇ ਜਾਣ ਕੇ ਕਿੰਤੂ ਪਰੰਤੂ ਕਰਕੇ ਉਸ ਥਾਂ ਦੀ ਬਦਨਾਮੀ ਸਗਾ ਕਰਨੀ ਆ ਕੇ ਗੁਰੂ ਘਰ ਦੀ ਬਖਸ਼ਿਸ਼ ਲੈਣੀ ਹੈ। ਗੁਰੂ ਘਰ ਦੀ ਨਿੰਦਾ ਕਰਕੇ ਜਾਂ ਗੁਰੂ ਘਰ ਦੇ ਸੇਵਾਦਾਰਾਂ ਦੀ ਨਿੰਦਾ ਕਰਕੇ ਸਾਨੂੰ ਕੁਝ ਨਹੀਂ ਮਿਲਣਾ। ਮੈਂ ਭਾਈ ਬਲਦੇਵ ਸਿੰਘ ਜਾਂ ਕੋਈ ਨੂੰ ਵੀ ਬੇਨਤੀ ਕਰਾਂਗੀ ਕਿ ਕਦੀ ਆ ਕੇ ਇਹੋ ਜਿਹੀਆਂ ਸ਼ਰਾਰਤਾਂ ਨਾ ਕਰਿਆ ਕਰੋ ਜਿਹਦੇ ਨਾਲ ਤੁਸੀਂ ਚਾਹੁੰਦੇ ਤੇ ਇਹ ਹੋ ਕਿ ਸਾਡਾ ਨਾਂ ਚਮਕੇ, ਪਰ ਸਗਾ ਤੁਹਾਡੀ ਇਸ ਗੱਲ ਦੀ ਬਦਨਾਮੀ ਹੁੰਦੀ ਹੈ ਕਿ ਜਿਸ ਘਰ 'ਚੋਂ ਤੁਸੀਂ ਰੋਟੀ ਖਾਧੀ ਹੈ, ਜਿਸ ਘਰ 'ਚੋਂ ਤੁਸੀਂ ਬੱਚੇ ਪਾਲੇ ਹੈ, ਜਿਸ ਘਰ ਤੋਂ ਤੁਸੀਂ ਸਾਬਕਾ ਰਾਗੀ ਸ੍ਰੀ ਦਰਬਾਰ ਸਾਹਿਬ ਕਹਾਇਆ ਹੈ, ਸਾਰੀ ਜ਼ਿੰਦਗੀ ਉੱਥੋਂ ਦੀ ਬਖਸ਼ਿਸ਼ ਲਈ ਹੈ, ਅੱਜ ਗੁਰੂ ਰਾਮਦਾਸ ਦੇ ਦਰ ਦੀ ਤੁਸੀਂ ਜੇ ਉੱਥੇ ਬਦਨਾਮੀ ਕਰਨ ਦੀ ਤੁਲੋਗੇ ਜਾਂ ਕੋਈ ਗੱਲ ਘਾਟੇ ਦੀ ਕਰੋਗੇ, ਮੈਂ ਸਮਝਦੀ ਕੋਈ ਸੋਹਣਾ ਨਹੀਂ ਲੱਗਦਾ। ਕਿਹਾ ਜਾਂਦਾ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਰਬਾਰ ਸਾਹਿਬ ਦੀ ਦਿੱਖ ਨੂੰ ਖਰਾਬ ਕਰਦੀਆਂ ਨੇ। ਆਟਾ ਮੰਡੀ ਸਾਈਡ ਹੋ ਗਈ, ਘੰਟਾਘਰ ਵਾਲੀ ਡੋੜੀ ਵਾਲੀ ਸਾਈਡ ਹੋ ਗਈ, ਉਸ ਦੀ ਉਹਦਾ ਜਿਹੜਾ ਨਵੀਨੀਕਰਨ ਕੀਤਾ ਜਾ ਰਿਹਾ ਉਹ ਜਿਹੜੀ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਕੋਈ ਵੀ ਅਦਾਰੇ ਹੈ ਉਹਨਾਂ 'ਚ ਵਾਧੇ ਵੀ ਹੋਣੇ ਆ। ਜੇ ਸਰਾਵਾਂ ਨੇ ਸਰਾਵਾਂ ਵਧਾਉਣੀਆਂ ਵੀ ਪੈਣਗੀਆਂ। ਸੰਗਤਾਂ ਦੀ ਆਮਦ ਅੱਜ ਲੱਖਾਂ 'ਚ ਹੋ ਗਈ ਹੈ ਰੋਜ਼।
ਲੱਖਾਂ ਲੋਕ ਜਦੋਂ ਸ਼ਰਧਾਲੂ ਆਉਂਦੇ ਆ ਉਹ ਸਾਡੇ ਕੋਲੋਂ ਉੱਥੇ ਲੰਗਰ ਵੀ ਚਾਹੁੰਦੇ ਆ ਵਧੀਆ ਹੋਣ, ਉੱਥੇ ਰਿਹਾਇਸ਼ ਵੀ ਵਧੀਆ ਹੋਵੇ, ਉੱਥੇ ਦਾ ਐਟਮੋਸਫੇਅਰ ਵੀ ਵਧੀਆ ਹੋਵੇ, ਉੱਥੇ ਸੁੰਦਰਤਾ ਵੀ ਹੋਵੇ। ਦੁਨੀਆ ਭਰ ਚੋਂ ਸੰਗਤਾਂ ਇੱਥੇ ਸ਼ਰਧਾ ਨਾਲ ਆਉਂਦੀਆਂ, ਉਹਨਾਂ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਅਸੀਂ ਉਹਨਾਂ ਥਾਵਾਂ ਤੇ ਹੀ ਅਸੀਂ ਤਰੱਕੀ ਕਰਾਂਗੇ, ਉਹਨਾਂ ਨੂੰ ਅਸੀਂ ਅੱਗੇ ਵਧਾਵਾਂਗੇ। ਇਹ ਗੱਲਾਂ ਕਰਨੀਆਂ ਮੇਰਾ ਖਿਆਲ ਹੈ ਕਿ ਸੋਭਾ ਨਹੀਂ ਦਿੰਦੀਆਂ। ਉਹ 100 ਕਾਰਡ ਜਥੇਬੰਦੀਆਂ ਹੁੰਦੀਆਂ, ਜਿਹੜੇ ਅਸਲੀ ਤੌਰ ਤੇ ਗੁਰਸਿੱਖ ਹੈ ਉਹਨਾਂ ਦੇ ਮਨ 'ਚ ਸ਼ਰਧਾ ਰਹਿੰਦੀ ਹੈ ਕਿ ਵਧੀਆ ਪ੍ਰਬੰਧ ਹੋਣ, ਵਧੀਆ ਸਾਨੂੰ ਸਰਾਵਾਂ ਮਿਲ, ਵਧੀਆ ਸਾਨੂੰ ਉੱਥੇ ਰਿਹਾਇਸ਼ ਮਿਲੇ, ਵਧੀਆ ਸਾਡੀਆਂ ਲੋੜਾਂ ਪੂਰੀਆਂ ਹੋ ਸਕਣ, ਉੱਥੇ ਕੋਈ ਘਾਟ ਨਾ ਰਹਿ ਜੇ। ਸੋ ਮੈਂ ਸਮਝਦੀ ਹਾਂ ਕਿ ਉਹਨਾਂ ਨਾਲੋਂ ਜ਼ਿਆਦਾ ਚਿੰਤਾ ਸ਼੍ਰੋਮਣੀ ਕਮੇਟੀ ਦੇ ਇਹਨਾਂ ਅਧਿਕਾਰੀਆਂ ਦੀ, ਇਹਨਾਂ ਸਾਡੇ ਮੈਂਬਰ ਸਾਹਿਬਾਨਾਂ ਦੀ ਜ਼ਿੰਮੇਵਾਰੀ ਵੀ ਜਿੱਥੇ ਬਣਦੀ ਹੈ ਉੱਥੇ ਅਸੀਂ ਜ਼ਿੰਮੇਵਾਰ ਸੰਸਥਾ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਵਾਸਤੇ ਆਪਣੀ ਡੈਡੀਕੇਸ਼ਨ ਨਾਲ ਸੇਵਾ ਕਰਦੇ ਹਾਂ। ਚਿੰਤਾ ਨਾ ਕਰਨ, ਜੇ ਉਹਨਾਂ ਨੂੰ ਆਪਣੇ ਘਰ ਦੀ ਚਿੰਤਾ ਹੈ ਤਾਂ ਸਾਨੂੰ ਵੀ ਗੁਰੂ ਰਾਮਦਾਸ ਦੇ ਘਰ ਦੀ ਚਿੰਤਾ ਹੈ। ਤੁਹਾਨੂੰ ਚਿੰਤਾ ਠੀਕ ਹੈ ਜੀ, ਮਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਤੇ ਇਲਜ਼ਾਮ ਉਹ ਲਗਾ ਰਹੇ ਨੇ ਕਿ ਉਹਨਾਂ ਵੱਲੋਂ ਨਜਾਇਜ਼ ਉਸਾਰੀਆਂ ਕੀਤੀਆਂ ਜਾ ਰਹੀਆਂ ਨੇ। ਉਹਨਾਂ ਨੇ ਕਿਹੜੀਆਂ ਉਸਾਰੀਆਂ ਨਜਾਇਜ਼ ਕਰਤੀਆਂ ਜੀ? ਕੋਈ ਕਰ ਰਹੇ ਹੋਣਗੇ? ਨਹੀਂ, ਦੱਸੋ ਕਿਹੜੀਆਂ ਕੀਤੀਆਂ? ਐਵੇਂ ਹੀ ਕਹਿ ਦੇਣਾ ਕੋਈ ਫਾਇਦਾ? ਸਾਡੀ ਹਰ ਚੀਜ਼ ਜੋ ਬਣਦੀ ਹੈ ਨਕਸ਼ਾ ਤਿਆਰ ਹੋ ਕੇ ਬਕਾਇਦਾ ਐਗਜ਼ੈਕਟਿਵ 'ਚ ਪਾਸ ਹੋ ਕੇ ਪ੍ਰਪੋਜ਼ਲ ਤਿਆਰ ਕਰਕੇ ਲੋਕਾਂ ਦੀ ਲੋੜ ਅਨੁਸਾਰ ਤਿਆਰ ਕੀਤੀ ਜਾਂਦੀ ਹੈ। ਅਧਿਕਾਰੀ ਕਿਉਂ ਕਰਨਗੇ ਜੀ? ਅਧਿਕਾਰੀ ਦੀ ਕੋਈ ਹਿੰਮਤ ਹੁੰਦੀ ਹੈ ਕਿ ਉਸ ਥਾਂ ਦੇ ਉੱਤੇ ਜੋ ਮਰਜ਼ੀ ਕਰੀ ਜਾਣਗੇ? ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਵਿੱਚ ਪਾਸ ਹੁੰਦਾ ਉਹੀ ਕੁਝ ਕੀਤਾ ਜਾਂਦਾ। ਥੈਂਕ ਯੂ ਵੀਰ ਜੀ।